ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਵੰਦਨਾ ਖੰਨਾ ਤੇ ਪੰਜਾਬ ਮੇਲ ਖਬਰਾਂ ਤੇ ਇਸ ਦੇ ਸਪਾਂਸਰ ਨੇ ਰੀਅਲ ਏਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਏਸਟੇਟ ਦੀ ਦੁਨੀਆ ਦਾ ਮੰਨਿਆ ਪਰਮੰਨਿਆ ਨਾਮ। ਕਿਸਾਨਾਂ ਦਾ ਵੱਡਾ ਫੈਸਲਾ, ਨਹੀਂ ਕਰਨਗੇ ਕੇਂਦਰ ਸਰਕਾਰ ਨਾਲ ਮੀਟਿੰਗ। ਧਰਨੇ 'ਚ ਸ਼ਹੀਦ ਹੋਈ ਮਾਤਾ ਤੇਜ ਕੌਰ ਦੇ ਮੁਆਵਜ਼ੇ ਦੀ ਬਾਕੀ ਰਕਮ ਨਾ ਦੇਣ ਤੇ ਕਿਸਾਨਾਂ ਨੇ ਮਾਨਸਾ ਪੁਲਿਸ ਨੂੰ ਪਾਇਆ ਭੜਥੂ। ਸਨੀ ਦਿਓਲ ਨੇ ਕਿਸਾਨਾਂ ਨੂੰ ਗੱਲਬਾਤ ਦੇ ਸੱਦੇ ਨੂੰ ਸਵੀਕਾਰਨ ਦੀ ਕੀਤੀ ਅਪੀਲ। ਪੰਜਾਬ ਨੇ ਸਹਿਕਾਰੀ ਸੰਸਥਾਵਾਂ ਨੂੰ ਹੁਲਾਰਾ ਦੇਣ ਲਈ ਨਾਬਾਰਡ ਕੋਲੋਂ 1000 ਕਰੋੜ ਰੁਪਏ ਦੀ ਮੰਗੀ ਸਹਾਇਤਾ। ਹੁਣ ਟ੍ਰੇਨ 'ਚ ਬਿਨਾਂ ਟਿਕਟ ਫੜੇ ਜਾਣ ਤੇ ਕ੍ਰੈਡਿਟ ਡੈਬਿਟ ਕਾਰਡ ਨਾਲ ਵੀ ਜੁਰਮਾਨਾ ਭਰ ਸਕਣਗੇ ਯਾਤਰੀ। ਭਾਰਤ ਚੀਨ ਵਿਚਕਾਰ ਤਣਾਅ ਘਟਾਉਣ ਦਾ ਇੱਕ ਹੋਰ ਪ੍ਰਸਤਾਵ, ਫਿੰਗਰ ਏਰੀਆ ਬਣ ਸਕਦਾ ਹੈ ਨੋ ਮੈਨਸ ਲੈਂਡ। ਸ਼ੁੱਕਰਵਾਰ ਨੂੰ ਹਵਾ ਪ੍ਰਦੂਸ਼ਣ 'ਚ ਹੋਰ ਹੋਵੇਗਾ ਇਜ਼ਾਫਾ, ਦੀਵਾਲੀ ਤੇ ਵੱਧ ਸਕਦੀ ਹੈ ਆਫਤ। ਬਾਈਡਨ ਨੇ ਆਸਟ੍ਰੇਲੀਆ, ਜਾਪਾਨ ਅਤੇ ਦੱਖਣੀ ਕੋਰੀਆ ਦੇ ਨੇਤਾਵਾਂ ਨਾਲ ਕੀਤੀ ਗੱਲਬਾਤ। ਤੇ ਹੁਣ ਖਬਰਾਂ ਵਿਸਤਾਰ ਦੇ ਨਾਲ। ਪੰਜਾਬ ਵਿੱਚ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਲੰਮੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਸੂਬੇ ਵਿੱਚ ਰੇਲ ਗੱਡੀਆਂ ਵੀ ਬੰਦ ਨੇ, ਜਿਸ ਨੂੰ ਲੈ ਕੇ ਜਿੱਥੇ ਪੰਜਾਬ ਸਰਕਾਰ ਚਿੰਤਾ ਵਿੱਚ ਹੈ, ਉੱਥੇ ਆਮ ਲੋਕਾਂ ਨੂੰ ਵੀ ਬਹੁਤ ਹੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ 13 ਨਵੰਬਰ ਨੂੰ ਕਿਸਾਨਾਂ ਦੀ ਕੇਂਦਰ ਨਾਲ ਮੀਟਿੰਗ ਨੂੰ ਲੈ ਕੇ ਇੱਕ ਉਮੀਦ ਜਗੀ ਸੀ, ਸ਼ਾਇਦ ਇਸ ਮੁੱਦੇ ਦਾ ਕੋਈ ਹੱਲ ਨਿਕਲੇਗਾ ਤੇ ਸੂਬੇ ਵਿੱਚ ਰੇਲ ਗੱਡੀਆਂ ਬਹਾਲ ਹੋਣਗੀਆਂ। ਪਰ ਕਿਸਾਨ ਸੰਘਰਸ਼ ਕਮੇਟੀ ਨੇ ਕੇਂਦਰ ਨਾਲ 13 ਨਵੰਬਰ ਦੀ ਮੀਟਿੰਗ ਨਾ ਕਰਨ ਦਾ ਮਨ ਬਣਾ ਲਿਆ, ਜਿਸ ਨਾਲ ਹੁਣ ਸੂਬੇ ਤੇ ਸਰਕਾਰ ਦੀ ਇਹ ਵੀ ਉਮੀਦ ਟੁੱਟ ਗਈ ਹੈ। ਕਿਸਾਨ ਸੰਘਰਸ਼ ਕਮੇਟੀ ਨੇ ਬੀਤੀ ਦੇਰ ਰਾਤ ਹੋਈ ਮੀਟਿੰਗ ਵਿੱਚ ਇਹ ਫੈਸਲਾ ਲਿਆ ਕਿ ਕਿਸਾਨ ਜਥੇਬੰਦੀਆਂ ਭਾਰਤ ਸਰਕਾਰ ਨਾਲ ਮੀਟਿੰਗ ਨਹੀਂ ਕਰਨਗੀਆਂ। ਇਸ ਬਾਰੇ ਦੱਸਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਸਕੱਤਰ ਸਰਵਣ ਸਿੰਘ ਨੇ ਦੱਸਿਆ ਕਿ ਦੇਰ ਰਾਤ ਕੋਰ ਕਮੇਟੀ ਦੀ ਬੈਠਕ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਉਹ 13 ਨਵੰਬਰ ਨੂੰ ਭਾਰਤ ਸਰਕਾਰ ਦੇ ਮੰਤਰੀ ਨਾਲ ਹੋ ਰਹੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਣਗੇ। ਉਹਨਾਂ ਦੱਸਿਆ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਦੇਸ਼ ਭਰ ਵਿੱਚ 250 ਕਿਸਾਨ ਜਥੇਬੰਦੀਆਂ ਖੇਤੀਬਾੜੀ ਬਿੱਲਾਂ ਦੇ ਵਿਰੋਧ ਵਿੱਚ ਸੰਘਰਸ਼ ਕਰ ਰਹੀਆਂ ਨੇ, ਜਿਨ੍ਹਾਂ ਨੂੰ ਇਸ ਮੀਟਿੰਗ ਵਿੱਚ ਬੁਲਾਇਆ ਜਾਣਾ ਚਾਹੀਦਾ ਸੀ, ਪਰ ਸਰਕਾਰ ਨੇ ਅਜਿਹਾ ਨਹੀਂ ਕੀਤਾ। ਇਸ ਤੋਂ ਇਲਾਵਾ ਜਿੱਥੇ ਕਿਸਾਨ ਰੇਲਵੇ ਟਰੈਕਾਂ ਨੂੰ ਖਾਲੀ ਛੱਡ ਚੁੱਕੇ ਨੇ, ਪਰ ਸਰਕਾਰ ਜਾਣ ਬੁੱਝ ਕੇ ਮਾਲ ਗੱਡੀਆਂ ਨਹੀਂ ਚਲਾ ਰਹੀ ਤਾਂ ਕਿ ਸਰਕਾਰ ਪੰਜਾਬ ਦੇ ਵਪਾਰੀਆਂ ਨੂੰ ਨੁਕਸਾਨ ਪਹੁੰਚਾ ਸਕੇ। ਇਹ ਸਭ ਕੁਝ ਵੇਖਦੇ ਹੋਏ ਫਿਲਹਾਲ ਉਹਨਾਂ ਨੇ ਫੈਸਲਾ ਕੀਤਾ ਹੈ ਕਿ ਉਹ ਸਰਕਾਰ ਦੀ ਇਸ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਣਗੇ। ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਸੰਘਰਸ਼ ਦੌਰਾਨ 9 ਅਕਤੂਬਰ ਨੂੰ ਬੁਢਲਾਡਾ ਦੇ ਰੇਲਵੇ ਸਟੇਸ਼ਨ ਦੇ ਧਰਨੇ ਦੌਰਾਨ ਮਾਤਾ ਤੇਜ ਕੌਰ ਦਾ ਦੇਹਾਂਤ ਹੋ ਗਿਆ ਸੀ। ਪਰਿਵਾਰ ਨੂੰ ਮੁਆਵਜ਼ਾ ਦਿਵਾਉਣ ਲਈ ਕਿਸਾਨ ਸੰਗਠਨ BKU ਏਕਤਾ ਉਗਰਾਹਾਂ ਵੱਲੋਂ ਜ਼ਬਰਦਸਤ ਧਰਨਾ ਦਿੱਤਾ ਜਾ ਰਿਹਾ ਸੀ, ਜਿਸ ਤੋਂ ਬਾਅਦ ਸਰਕਾਰ ਤੇ ਕਿਸਾਨਾਂ ਦਰਮਿਆਨ ਸਮਝੌਤਾ ਹੋ ਗਿਆ ਤੇ ਮਾਤਾ ਤੇਜ ਕੌਰ ਦੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਮੰਨ ਲਈ ਗਈ ਸੀ। ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਦੇਣ ਦੀ ਗੱਲ ਕੀਤੀ ਗਈ ਸੀ, ਜਿਸ ਤੋਂ ਬਾਅਦ 5 ਲੱਖ ਰੁਪਏ ਚੈੱਕ ਦੁਆਰਾ ਦੇ ਦਿੱਤੇ ਗਏ, ਪਰ ਬਾਕੀ 5 ਲੱਖ ਅਜੇ ਬਕਾਇਆ ਨੇ, ਜੋ ਕਿ ਅੱਜ ਦਿੱਤੇ ਜਾਣੇ ਸੀ, ਪਰ ਸਰਕਾਰ ਵੱਲੋਂ ਮੁਆਵਜ਼ੇ ਦਾ ਬਾਕੀ ਹਿੱਸਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ, ਜਿਸ ਤੇ ਕਿਸਾਨ ਭੜਕ ਗਏ ਤੇ ਇਸ ਰੋਜ਼ ਕਿਸਾਨਾਂ ਨੇ ਮਾਨਸਾ ਪੁਲਿਸ ਵਾਲਿਆਂ ਨੂੰ ਭੜਥੂ ਪਾਈ ਰੱਖਿਆ। ਗੁਰਦਾਸਪੁਰ ਤੋਂ ਸੰਸਦ ਮੈਂਬਰ ਸਨੀ ਦਿਓਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੇਂਦਰ ਵੱਲੋਂ ਗੱਲਬਾਤ ਤੇ ਭੇਜੇ ਗਏ ਸੱਦੇ ਨੂੰ ਸਵੀਕਾਰ ਕਰ ਲੈਣ। ਇੱਥੇ ਦੱਸਣਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਗੱਲਬਾਤ ਲਈ ਲਿਖਿਤ ਸੱਦਾ ਭੇਜਿਆ ਗਿਆ ਸੀ। ਸਨੀ ਦਿਓਲ ਨੇ ਕਿਹਾ ਕਿ ਮੈਂ ਅਪੀਲ ਕਰਦਾ ਹਾਂ ਕਿ ਪੰਜਾਬ ਦੀ ਸਥਿਤੀ ਨੂੰ ਧਿਆਨ 'ਚ ਰੱਖਦੇ ਹੋਏ ਕਿਸਾਨਾਂ ਨੂੰ ਸੱਦੇ ਨੂੰ ਕਬੂਲ ਕਰ ਲੈਣਾ ਚਾਹੀਦਾ, ਕਿਉਂਕਿ ਸਮੱਸਿਆਵਾਂ ਦਾ ਹੱਲ ਗੱਲਬਾਤ ਨਾਲ ਹੀ ਨਿਕਲਦਾ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਦੇ ਹਿੱਤ ਦੇ ਵਿੱਚ ਨੇ। ਪੰਜਾਬ ਭਾਜਪਾ ਦੀਆਂ ਕੋਸ਼ਿਸ਼ਾਂ ਨਾਲ ਕੇਂਦਰੀ ਮੰਤਰੀਆਂ ਤੇ ਕਿਸਾਨ ਸੰਗਠਨਾਂ ਵਿਚਕਾਰ ਬੈਠਕ 13 ਨਵੰਬਰ ਨੂੰ ਹੋਣ ਜਾ ਰਹੀ ਸੀ, ਪਰ ਕਿਸਾਨਾਂ ਨੇ ਇਸ ਬੈਠਕ ਵਿੱਚ ਆਉਣ ਤੋਂ ਇਨਕਾਰ ਕਰ ਦਿੱਤਾ ਹੈ। ਕੋਵਿਡ ਮਹਾਮਾਰੀ ਦੇ ਚੱਲਦਿਆਂ ਵਿੱਤੀ ਦੁਸ਼ਵਾਰੀਆਂ ਦਾ ਸਾਹਮਣਾ ਕਰ ਰਹੀਆਂ ਸਹਿਕਾਰੀ ਸੰਸਥਾਵਾਂ ਨੂੰ ਹੁਲਾਰਾ ਦੇਣ ਅਤੇ ਸੂਬੇ ਦੇ ਕਿਸਾਨਾਂ ਦੀ ਬਾਂਹ ਫੜਨ ਲਈ ਪੰਜਾਬ ਸਰਕਾਰ ਨੇ ਨਾਬਾਰਡ ਕੋਲੋਂ 1000 ਕਰੋੜ ਰੁਪਏ ਦੀ ਸਹਾਇਤਾ ਮੰਗੀ ਹੈ। ਅੱਜ ਮੁੰਬਈ ਵਿਖੇ ਨਾਬਾਰਡ ਦੇ ਚੇਅਰਮੈਨ ਗੋਵਿੰਦਾ ਰਾਜੂਲਾ ਚਿੰਤਾਲਾ ਨਾਲ ਮੁਲਾਕਾਤ ਕਰਨ ਉਪਰੰਤ ਮੀਟਿੰਗ ਦੇ ਵੇਰਵੇ ਦਿੰਦਿਆਂ ਸਹਿਕਾਰਤਾ ਮੰਤਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਹਨਾਂ ਵੱਲੋਂ ਨਾਬਾਰਡ ਕੋਲੋਂ ਸਪੈਸ਼ਲ ਲਿਕੁਇਡਿਟੀ ਸੁਵਿਧਾ SLF ਤੇ ਲੰਬੇ ਸਮੇਂ ਤੇ ਪੇਂਡੂ ਕਰਜ਼ਾ ਫੰਡ ਅਧੀਨ ਪੰਜਾਬ ਖੇਤੀਬਾੜੀ ਵਿਕਾਸ ਬੈਂਕ ਦੀ ਸਹਾਇਤਾ ਲਈ ਮੰਗ ਕੀਤੀ ਗਈ ਸੀ। ਸਹਿਕਾਰਤਾ ਮੰਤਰੀ ਨੇ ਅੱਗੇ ਦੱਸਿਆ ਕਿ ਉਹਨਾਂ ਨਾਬਾਰਡ ਦੇ ਚੇਅਰਮੈਨ ਨੂੰ ਮੁੱਢਲੀਆਂ ਖੇਤੀਬਾੜੀ ਵਿਕਾਸ ਬੈਂਕਾਂ ਨੂੰ ਦਰਪੇਸ਼ ਵਿੱਤੀ ਔਂਕੜਾਂ ਤੋਂ ਜਾਣੂ ਕਰਵਾਇਆ ਸੀ। ਪੰਜਾਬ ਦੇ ਵਫਦ ਵੱਲੋਂ ਦਿਖਾਈ ਪੇਸ਼ਕਾਰੀ ਰਾਹੀਂ ਖੇਤੀਬਾੜੀ ਵਿਕਾਸ ਬੈਂਕ ਨੂੰ SLF ਤਹਿਤ ਪੂਰੀ ਮਦਦ ਅਤੇ LTRCF ਤਹਿਤ 100% ਦੀ ਰਿਫਾਈਨੈਂਸ ਕਰਨ ਦੀ ਮੰਗ ਦਾ ਕੇਸ ਰੱਖਿਆ ਗਿਆ। ਹੁਣ ਜੇਕਰ ਕੋਈ ਵਿਅਕਤੀ ਰੇਲ ਵਿੱਚ ਬਿਨਾਂ ਟਿਕਟ ਦੇ ਫੜਿਆ ਜਾਂਦਾ ਹੈ ਤਾਂ ਯਾਤਰੀ ਕ੍ਰੈਡਿਟ ਡੈਬਿਟ ਕਾਰਡ ਨਾਲ ਜੁਰਮਾਨਾ ਅਦਾ ਕਰ ਸਕਣਗੇ। ਰੇਲਵੇ ਨੇ ਟਿਕਟ ਚੈਕਿੰਗ ਅਮਲੇ ਨੂੰ ਸਵਾਈਪ ਮਸ਼ੀਨਾਂ ਦਿੱਤੀਆਂ ਨੇ। ਫਿਰੋਜ਼ਪੁਰ ਡਿਵੀਜ਼ਨ ਵੱਲੋਂ ਲੁਧਿਆਣਾ ਰੇਲਵੇ ਸਟੇਸ਼ਨ ਦੇ ਟਿਕਟ ਚੈਕਰ ਸਟਾਫ ਨੂੰ 80 ਸਵਾਈਪ ਮਸ਼ੀਨਾਂ ਦੇ ਦਿੱਤੀਆਂ ਨੇ। ਇਹਨਾਂ ਮਸ਼ੀਨਾਂ ਨੂੰ SBI ਬੈਂਕ ਦੇ ਰੇਲਵੇ ਖਾਤੇ ਨਾਲ ਜੋੜਿਆ ਗਿਆ। ਜੁਰਮਾਨੇ ਵਜੋਂ ਬਰਾਮਦ ਕੀਤੀ ਗਈ ਰਕਮ ਸਿੱਧੇ ਰੇਲਵੇ ਖਾਤੇ ਵਿੱਚ ਜਮ੍ਹਾਂ ਹੋ ਜਾਏਗੀ, ਜਿਵੇਂ ਹੀ ਯਾਤਰੀ ਮਸ਼ੀਨ ਵਿੱਚ ਕਾਰਡ ਸਵਾਈਪ ਕਰਨਗੇ। ਇਸ ਵੇਲੇ ਭਾਵੇਂ ਰੇਲ ਗੱਡੀਆਂ ਨਹੀਂ ਚੱਲ ਰਹੀਆਂ, ਪਰ ਚੈਕਿੰਗ ਸਟਾਫ ਨੂੰ ਉਹਨਾਂ
ਮਸ਼ੀਨਾਂ ਦੇ ਕੇ ਸਿਖਲਾਈ ਦਿੱਤੀ ਜਾ ਰਹੀ ਹੈ। ਲੁਧਿਆਣਾ ਰੇਲਵੇ ਸਟੇਸ਼ਨ ਤੇ ਲਗਭਗ 140 ਟਿਕਟ ਚੈਕਿੰਗ ਕਰਮਚਾਰੀ ਨੇ 80 ਨੇ ਮਸ਼ੀਨਾਂ ਪ੍ਰਾਪਤ ਕਰ ਲਈਆਂ ਨੇ, ਜਦਕਿ ਬਾਕੀ ਸਟਾਫ ਵੀ ਜਲਦੀ ਹੀ ਮਸ਼ੀਨਾਂ ਪ੍ਰਾਪਤ ਕਰ ਲੈਣ। ਦੱਸ ਦਈਏ ਕਿ ਇਹ ਮਸ਼ੀਨਾਂ ਲੁਧਿਆਣਾ ਵਿੱਚ ਦਿੱਤੀਆਂ ਗਈਆਂ ਨੇ। ਹੌਲੀ-ਹੌਲੀ ਫਿਰੋਜ਼ਪੁਰ ਡਿਵੀਜ਼ਨ ਦੇ ਬਾਕੀ ਸਟੇਸ਼ਨਾਂ ਨੂੰ ਵੀ ਇਹ ਮਸ਼ੀਨਾਂ ਦਿੱਤੀਆਂ ਜਾਣਗੀਆਂ। ਲੱਦਾਖ ਦੀ ਸਰਹੱਦ ਤੇ ਭਾਰਤ ਅਤੇ ਚੀਨ ਦਰਮਿਆਨ ਤਣਾਅ ਨੂੰ ਘੱਟ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਨੇ। ਪੈਨਗੋਂਗ ਝੀਲ ਦੇ ਉੱਤਰੀ ਕੰਢੇ ਤੇ ਵਿਵਾਦਪੂਰਨ ਫਿੰਗਰ ਏਰੀਆ ਨੂੰ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਘੱਟ ਕਰਨ ਲਈ ਅਸਥਾਈ ਤੌਰ ਤੇ ਨੋ ਮੈਨਸ ਲੈਂਡ ਵਿੱਚ ਬਦਲਿਆ ਜਾ ਸਕਦਾ ਹੈ। 6 ਮਹੀਨਿਆਂ ਤੋਂ ਜਾਰੀ ਤਣਾਅ ਨੂੰ ਘਟਾਉਣ ਲਈ ਖੇਤਰ ਵਿੱਚ ਭਾਰਤੀ ਅਤੇ ਚੀਨੀ ਫੌਜਾਂ ਦੀ ਗਸ਼ਤ ਨੂੰ ਰੋਕਿਆ ਜਾ ਸਕਦਾ ਹੈ। ਸੂਤਰਾਂ ਨੇ ਕਿਹਾ ਕਿ ਪੜਾਅਵਾਰ ਡੀ-ਐਕਿਕਲੇਸ਼ਨ ਦੀ ਤਜਵੀਜ਼ ਦੇ ਇੱਕ ਮਹੱਤਵਪੂਰਨ ਪਹਿਲੂ ਦੇ ਤਹਿਤ ਫਿੰਗਰ 4 ਤੋਂ ਫਿੰਗਰ 8 ਤੱਕ ਦੇ ਖੇਤਰ ਨੂੰ ਕੁਝ ਸਮੇਂ ਲਈ ਨੋ ਪੈਟਰੋਲਿੰਗ ਜ਼ੋਨ ਮੰਨਿਆ ਜਾ ਰਿਹਾ ਹੈ। ਇਸ ਦਾ ਅਰਥ ਇਹ ਹੋਵੇਗਾ ਕਿ ਭਾਰਤ ਅਤੇ ਚੀਨ ਦੋਵੇਂ ਆਪਣੇ ਮੌਜੂਦਾ ਜਗ੍ਹਾਵਾਂ ਤੋਂ ਪਿੱਛੇ ਹਟ ਜਾਣਗੇ। ਜੇ ਇਹ ਪ੍ਰਸਤਾਵ ਬਣ ਜਾਂਦਾ ਹੈ ਤਾਂ ਚੀਨ ਫਿੰਗਰ 8 ਤੋਂ ਪਿੱਛੇ ਹਟ ਜਾਏਗਾ, ਜਿਸ ਨੂੰ ਭਾਰਤ ਅਸਲ ਕੰਟਰੋਲ ਰੇਖਾ LAC ਕਹਿ ਰਿਹਾ ਹੈ। ਚੀਨ ਫਿੰਗਰ 8 ਅਤੇ 4 ਦੇ ਵਿਚਕਾਰ 8 ਕਿਲੋਮੀਟਰ ਅੱਗੇ ਵਧਿਆ, ਜਿੱਥੇ ਉਸਦੇ ਬੰਕਰ ਬਣਾਇਆ, ਜਦਕਿ ਭਾਰਤ ਇਸ ਨੂੰ ਸਥਿਤੀ ਦੀ ਪੂਰੀ ਉਲੰਘਣਾ ਮੰਨਦਾ ਹੈ। ਦੋਵੇਂ ਧਿਰਾਂ ਫਿੰਗਰ 4 ਅਤੇ ਫਿੰਗਰ 8 ਦੇ ਵਿਚਕਾਰ ਖੇਤਰ ਵਿੱਚ ਗਸ਼ਤ ਕਰਦੀਆਂ ਨੇ, ਜਿਸ ਕਾਰਨ ਅਕਸਰ ਤਣਾਅ ਅਤੇ ਝੜਪਾਂ ਹੁੰਦੀਆਂ ਰਹਿੰਦੀਆਂ ਨੇ। ਝੀਲ ਦੇ ਕੰਢੇ ਤੇ ਨਾਲ 1400 ਫੁੱਟ ਉੱਚੀਆਂ ਪਹਾੜੀਆਂ ਫਿੰਗਰ ਏਰੀਆ ਵਜੋਂ ਜਾਣੀਆਂ ਜਾਂਦੀਆਂ ਨੇ। ਝੀਲ ਦੇ ਉੱਤਰੀ ਕੰਢੇ ਨੂੰ 8 ਫਿੰਗਰਸ ਵਿੱਚ ਵੰਡਿਆ ਗਿਆ, ਜਿੱਥੇ ਦੋਵੇਂ ਧਿਰਾਂ ਦਾ ਵਿਵਾਦ ਹੈ। ਭਾਰਤ ਨੇ ਫਿੰਗਰ 8 ਤੇ ਲਾਈਨ ਆਫ ਅਸਲ ਕੰਟਰੋਲ ਦਾ ਦਾਅਵਾ ਕੀਤਾ ਹੈ ਤੇ ਫਿੰਗਰ 4 ਦਾ ਖੇਤਰ ਪ੍ਰਾਪਤ ਕਰ ਲਿਆ, ਪਰ ਸਥਿਤੀ ਨੂੰ ਤੋੜਦਿਆਂ ਚੀਨ ਨੇ ਫਿੰਗਰ 4 ਤੇ ਡੇਰਾ ਲਾ ਲਿਆ ਅਤੇ ਫਿੰਗਰ 5 ਅਤੇ 8 ਦੇ ਵਿਚਕਾਰ ਵੀ ਮਜ਼ਬੂਤੀ ਬਣਾ ਲਈ ਹੈ। ਡਿਸਐਂਗੇਜਮੈਂਟ ਰੋਡਮੈਪ ਦੇ 3 ਪੜਾਅ ਦੀ ਪ੍ਰਕਿਰਿਆ ਦੇ ਤਹਿਤ ਫਿੰਗਰ ਦੇ ਖੇਤਰ ਨੂੰ 9 ਅਗਸਤ ਦੇ ਜ਼ੋਨ ਵਿੱਚ ਤਬਦੀਲ ਕਰਨ ਦੀ ਇਹ ਪ੍ਰਕਿਰਿਆ ਵਿਚਾਰ ਅਧੀਨ ਹੈ। ਦਿੱਲੀ NCR ਵਿੱਚ ਹਵਾਈ ਪ੍ਰਦੂਸ਼ਣ ਨਾਲ ਹਲਕੀ ਰਾਹਤ ਮਿਲੀ ਹੈ, ਪਰ ਇਸ ਦੇ ਬਾਵਜੂਦ ਇਸ ਦੇ ਸਿਹਤ ਦੇ ਲਿਹਾਜ਼ ਨਾਲ ਬੇहद ਖਤਰਨਾਕ ਹੈ, ਖਾਸ ਕਰਕੇ ਬਜ਼ੁਰਗਾਂ ਬੱਚਿਆਂ ਲਈ। ਹਸਪਤਾਲਾਂ ਵਿੱਚ ਫੇਫੜਿਆਂ ਦੇ ਨਾਲ ਸਾਹ ਅਤੇ ਅੱਖਾਂ ਦੇ ਮਰੀਜ਼ਾਂ ਦਾ ਵਾਧਾ ਇਸ ਦੀ ਤਸਦੀਕ ਵੀ ਕਰ ਰਿਹਾ ਹੈ। ਉੱਥੇ ਲਗਾਤਾਰ 6 ਦਿਨਾਂ ਤੱਕ ਗੰਭੀਰ ਪੱਧਰ ਦਾ ਪ੍ਰਦੂਸ਼ਣ ਚੱਲ ਰਹੇ ਦਿੱਲੀ NCR ਦੇ ਵਾਸੀਆਂ ਨੂੰ ਬੁੱਧਵਾਰ ਨੂੰ ਥੋੜੀ ਰਾਹਤ ਮਿਲੀ। ਹਵਾ ਦੀ ਦਿਸ਼ਾ ਬਦਲਣ ਅਤੇ ਗਤੀ ਦਾ ਸੁਧਾਰ ਹੋਣ ਨਾਲ ਮੰਗਲਵਾਰ ਦੇ ਮੁਕਾਬਲੇ ਦਿੱਲੀ ਦਾ 에ਅਰ ਕੁਆਲਿਟੀ ਇੰਡੈਕਸ 132 ਪੁਆਇੰਟ ਹੇਠਾਂ ਆ ਗਿਆ ਤੇ 476 ਤੋਂ ਡਿੱਗ ਕੇ 344 ਰਹਿ ਗਿਆ। PM 2.5 ਦਾ ਪੱਧਰ ਵੀ 154 ਤੇ PM 10 ਪੱਧਰ 285 ਮਾਈਕਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਰਿਕਾਰਡ ਕੀਤਾ ਗਿਆ। NCR ਸ਼ਹਿਰਾਂ ਵਿੱਚ ਵੀ ਸੂਚਾਂਕ ਵਿੱਚ ਮਹੱਤਵਪੂਰਨ ਗਿਰਾਵਟ ਦਰਜ ਕੀਤੀ ਗਈ ਹੈ। ਸ਼ਹਿਰ ਦੀ ਸਾਰੀ ਆਬੋ ਹਵਾ ਗੰਭੀਰ ਪੱਧਰ ਤੋਂ ਬਹੁਤ ਮਾੜੀ ਸ਼੍ਰੇਣੀ ਵਿੱਚ ਆ ਗਈ, ਜਦੋਂ ਕਿ ਗੁਰੂਗ੍ਰਾਮ ਇੱਕ ਮਾੜੀ ਸ਼੍ਰੇਣੀ ਵਿੱਚ ਦਰਜ ਹੋਇਆ। ਹਾਲਾਂਕਿ AQI ਹਵਾ ਦੀ ਗਤੀ ਘਟਣ ਅਤੇ ਦਿਸ਼ਾ ਬਦਲਣ ਨਾਲ ਸ਼ੁੱਕਰਵਾਰ ਨੂੰ ਦੁਬਾਰਾ ਵਧਣਾ ਸ਼ੁਰੂ ਹੋ ਜਾਏਗਾ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਨੇ ਆਸਟ੍ਰੇਲੀਆ, ਜਾਪਾਨ ਅਤੇ ਦੱਖਣੀ ਕੋਰੀਆ ਦੇ ਨੇਤਾਵਾਂ ਦੇ ਨਾਲ ਫੋਨ ਤੇ ਗੱਲਬਾਤ ਕੀਤੀ। ਇਸ ਦੌਰਾਨ ਉਹਨਾਂ ਨੇ ਹਿੰਦ ਪ੍ਰਸ਼ਾਂਤ ਖੇਤਰ ਵਿੱਚ ਸੁਰੱਖਿਆ ਨੂੰ ਕਾਇਮ ਰੱਖਣ ਅਤੇ ਖੇਤਰ ਦੀ ਖੁਸ਼ਹਾਲੀ ਤੇ ਜ਼ੋਰ ਦਿੱਤਾ। ਬਾਈਡਨ ਦੀ ਸੱਤਾ ਟ੍ਰਾਂਸਫਰ ਟੀਮ ਵੱਲੋਂ ਜਾਰੀ ਬਿਆਨ ਦੇ ਮੁਤਾਬਕ ਬਾਈਡਨ ਨੇ ਬੁੱਧਵਾਰ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੋਰਿਸਨ, ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਅਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ-ਇਨ ਨਾਲ ਫੋਨ ਤੇ ਗੱਲ ਕੀਤੀ। ਅਮਰੀਕਾ ਵਿੱਚ 3 ਨਵੰਬਰ ਨੂੰ ਹੋਈਆਂ ਰਾਸ਼ਟਰਪਤੀ ਚੋਣਾਂ ਵਿੱਚ ਬਾਈਡਨ ਦੀ ਜਿੱਤ ਦੇ ਬਾਅਦ ਸ਼ੁਭਕਾਮਨਾਵਾਂ ਦੇਣ ਦੇ ਲਈ ਇਹਨਾਂ ਨੇਤਾਵਾਂ ਨੇ ਫੋਨ ਕੀਤਾ ਸੀ। ਮੋਰਿਸਨ ਨਾਲ ਗੱਲਬਾਤ ਵਿੱਚ ਬਾਈਡਨ ਨੇ ਰੇਖਾਂਕਿਤ ਕੀਤਾ ਕਿ ਅਮਰੀਕਾ ਅਤੇ ਆਸਟ੍ਰੇਲੀਆ ਕਦਰਾਂ ਕੀਮਤਾਂ ਅਤੇ ਇਤਿਹਾਸ ਸਾਂਝਾ ਕਰਦੇ ਨੇ ਅਤੇ ਦੋਹਾਂ ਦੇਸ਼ਾਂ ਨੇ ਪਹਿਲੇ ਵਿਸ਼ਵ ਯੁੱਧ ਦੇ ਬਾਅਦ ਤੋਂ ਹੀ ਸਾਰੇ ਸੰਘਰਸ਼ਾਂ ਦਾ ਮਿਲ ਕੇ ਸਾਹਮਣਾ ਕੀਤਾ। ਬਾਈਡਨ ਨੇ ਕਿਹਾ ਕਿ ਉਹ ਮੋਰਿਸਨ ਦੇ ਨਾਲ ਕੋਵਿਡ-19 ਗਲੋਬਲ ਮਹਾਮਾਰੀ ਨਾਲ ਨਜਿੱਠਣ, ਭਵਿੱਖ ਦੇ ਗਲੋਬਲ ਸਿਹਤ ਖਤਰਿਆਂ ਤੋਂ ਬਚਾਅ, ਜਲਵਾਯੂ ਤਬਦੀਲੀ, ਗਲੋਬਲ ਅਰਥ ਵਿਵਸਥਾ ਨੂੰ ਮੁੜ ਤੋਂ ਪਟੜੀ ਤੇ ਲਿਆਉਣ ਲਈ ਜ਼ਮੀਨੀ ਪੱਧਰ ਤੇ ਕੰਮ ਕਰਨ, ਲੋਕਤੰਤਰ ਦੀ ਮਜ਼ਬੂਤੀ ਅਤੇ ਹਿੰਦ ਪ੍ਰਸ਼ਾਂਤ ਖੇਤਰ ਵਿੱਚ ਸੁਰੱਖਿਆ ਕਾਇਮ ਰੱਖਣ ਅਤੇ ਖੇਤਰ ਦੀ ਖੁਸ਼ਹਾਲੀ ਸਮੇਤ ਸਾਰੀਆਂ ਸਾਂਝੀਆਂ ਚੁਣੌਤੀਆਂ ਤੇ ਮਿਲ ਕੇ ਕੰਮ ਕਰਨ ਦੇ ਚਾਹਵਾਨ ਨੇ। ਟਰੰਪ ਪ੍ਰਸ਼ਾਸਨ ਵੱਲੋਂ ਰੱਖਿਆ ਵਿਭਾਗ ਵਿੱਚ ਵੱਡੇ ਪੈਮਾਨੇ ਤੇ ਬਦਲਾਅ ਕੀਤੇ ਜਾ ਰਹੇ ਨੇ। ਇੱਕ ਰਿਪੋਰਟ ਦੇ ਮੁਤਾਬਕ ਪੈਂਟਾਗਨ ਦੇ ਗੈਰ ਫੌਜੀ ਅਧਿਕਾਰੀਆਂ ਦੇ ਵਿੱਚ ਤੇਜ਼ੀ ਨਾਲ ਬਦਲਾਅ ਹੋ ਰਹੇ ਨੇ। ਟਰੰਪ ਪ੍ਰਸ਼ਾਸਨ ਵੱਲੋਂ ਪੈਂਟਾਗਨ ਦੇ ਸਭ ਤੋਂ ਸੀਨੀਅਰ ਅਫਸਰਾਂ ਨੂੰ ਹਟਾਇਆ ਜਾ ਰਿਹਾ ਅਤੇ ਆਪਣੇ ਵਫਾਦਾਰਾਂ ਨੂੰ ਥਾਂ ਦਿੱਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਡੋਨਾਲਡ ਟਰੰਪ ਨੇ ਡਿਫੈਂਸ ਸੈਕਟਰੀ ਰੱਖਿਆ ਮੰਤਰੀ ਮਾਰਕ ਐਸਪਰ ਨੂੰ ਉਹਨਾਂ ਦੇ ਅਹੁਦੇ ਤੋਂ ਹਟਾ ਦਿੱਤਾ। ਟਰੰਪ ਨੇ ਟਵੀਟ ਕਰ ਇਸ ਗੱਲ ਦੀ ਜਾਣਕਾਰੀ ਵੀ ਦਿੱਤੀ। ਟਰੰਪ ਪ੍ਰਸ਼ਾਸਨ ਵੱਲੋਂ ਰੱਖਿਆ ਵਿਭਾਗ ਵਿੱਚ ਵੱਡੇ ਪੈਮਾਨੇ ਤੇ ਬਦਲਾਅ ਕੀਤੇ ਜਾ ਰਹੇ ਨੇ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਬੁੱਧਵਾਰ ਨੂੰ ਸੰਸਦ ਸੈਸ਼ਨ ਦੇ ਦੌਰਾਨ ਪਾਕਿਸਤਾਨ ਨੂੰ ਆਪਣੇ ਨਾਗਰਿਕਾਂ ਨੂੰ ਮੌਲਿਕ ਅਧਿਕਾਰਾਂ ਦੀ ਗਰੰਟੀ ਦੇਣ ਦੀ ਅਪੀਲ ਕੀਤੀ। ਜੌਨਸਨ ਸੰਸਦ ਦੇ ਮੈਂਬਰ ਇਮਰਾਨ ਅਹਿਮਦ ਖਾਨ ਦੇ ਸਵਾਲ ਦਾ ਜਵਾਬ ਦੇ ਰਹੇ ਸੀ, ਜਿਸ ਵਿੱਚ ਉਹਨਾਂ ਨੇ ਪੁੱਛਿਆ ਸੀ ਕਿ ਸਰਕਾਰ ਨੂੰ ਇਹ ਸਪਸ਼ਟ ਕਰੇਗੀ ਕਿ ਰਾਜ ਸਮਰਥਿਤ ਸ਼ੋਸ਼ਣ ਖਤਮ ਹੋਣਾ ਚਾਹੀਦਾ ਹੈ। ਇਸ ਤੇ ਜੌਨਸਨ ਨੇ ਕਿਹਾ ਕਿ ਮੈਂ ਜੋਸ਼ ਨਾਲ ਆਪਣੇ ਸਤਿਕਾਰਯੋਗ ਦੋਸਤ ਨਾਲ ਸਹਿਮਤ ਹਾਂ ਅਤੇ ਮੈਂ ਉਹਨਾਂ ਨੂੰ ਦੱਸ ਸਕਦਾ ਹਾਂ ਕਿ ਇਹੀ ਕਾਰਨ ਹੈ ਕਿ ਦੱਖਣ ਏਸ਼ੀਆ ਦੇ ਮੰਤਰੀ ਨੇ ਹਾਲ ਹੀ ਵਿੱਚ ਪਾਕਿਸਤਾਨ ਦੇ ਮਨੁੱਖੀ ਅਧਿਕਾਰ ਮੰਤਰੀ ਦੇ ਨਾਲ ਇਸ ਮੁੱਦੇ ਨੂੰ ਚੁੱਕਿਆ ਸੀ। ਉਹਨਾਂ ਕਿਹਾ ਕਿ ਅਸੀਂ ਪਾਕਿਸਤਾਨ ਸਰਕਾਰ ਨੂੰ ਆਪਣੇ ਸਾਰੇ ਨਾਗਰਿਕਾਂ ਨੂੰ ਮੌਲਿਕ ਅਧਿਕਾਰਾਂ ਦੀ ਗਰੰਟੀ ਦੇਣ ਦੀ ਅਪੀਲ ਕੀਤੀ ਹੈ।
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਕੋਵਿਡ-19 ਕਾਰਨ ਦੇਸ਼ ਦੇ ਸੀਲ ਕੀਤੇ ਬਾਰਡਰਾਂ ਨੂੰ ਏਸ਼ੀਆ ਖੇਤਰ ਨਾਲ ਮੁੜ ਤੋਂ ਖੋਲ੍ਹਣ ਲਈ ਵਿਚਾਰ ਵਟਾਂਦਰੇ ਕਰਨੇ ਸ਼ੁਰੂ ਕਰ ਦਿੱਤੇ ਨੇ। ਇਸ ਦੇ ਨਾਲ ਹੀ ਆਸ ਕੀਤੀ ਜਾ ਰਹੀ ਹੈ ਕਿ ਤਾਈਵਾਨ, ਜਾਪਾਨ, ਸਿੰਗਾਪੁਰ, ਚੀਨ ਤੇ ਕੁਝ ਹੋਰ ਹਿੱਸੇ ਦੇ ਬਾਰਡਰਾਂ ਨੂੰ ਕੈਨਬਰਾ ਰਾਹੀਂ ਮੁੜ ਤੋਂ ਖੋਲ੍ਹ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਇਸ ਸਾਲ ਦੇ ਮਾਰਚ ਦੇ ਮਹੀਨੇ ਵਿੱਚ ਕੋਵਿਡ-19 ਦੇ ਕਹਿਰ ਕਾਰਨ ਦੇਸ਼ ਨੂੰ ਸਮੁੱਚੇ ਸੰਸਾਰ ਨਾਲ ਹੀ ਆਪਣੇ ਬਾਰਡਰਾਂ ਨੂੰ ਬੰਦ ਕਰਨਾ ਪਿਆ ਸੀ ਅਤੇ ਇਸ ਨਾਲ ਆਸਟ੍ਰੇਲੀਆ ਦੇ ਨਾਗਰਿਕਾਂ ਅਤੇ ਗੈਰ ਨਾਗਰਿਕਾਂ ਜਾਂ ਯਾਤਰੀਆਂ ਨੂੰ ਦੇਸ਼ ਵਿੱਚ ਆਉਣ ਦੀ ਇਜਾਜ਼ਤ ਨਹੀਂ ਸੀ। ਪਰ ਅਕਤੂਬਰ ਦੇ ਮਹੀਨੇ ਵਿੱਚ ਨਿਊਜ਼ੀਲੈਂਡ ਨਾਲ ਬਾਰਡਰ ਖੋਲ੍ਹ ਲਏ ਗਏ ਨੇ। ਬੇਸ਼ੱਕ ਯਾਤਰੀ ਸੀਮਤ ਸਨ, ਪਰ ਹੁਣ ਆਸ ਹੈ ਕਿ ਆਉਣ ਵਾਲੇ ਕ੍ਰਿਸਮਸ ਦੇ ਤਿਉਹਾਰ ਤੋਂ ਪਹਿਲਾਂ ਇਹ ਬਾਰਡਰ ਵੀ ਖੋਲ੍ਹ ਦਿੱਤੇ ਜਾਣਗੇ। ਉਹਨਾਂ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਹਾਲ ਦੀ ਘੜੀ ਅਮਰੀਕਾ ਤੇ ਯੂਰਪ ਲਈ ਬਾਰਡਰ ਖੁੱਲ੍ਹਣ ਲਈ ਥੋੜਾ ਇੰਤਜ਼ਾਰ ਹੋਰ ਕਰਨਾ ਪਏਗਾ ਕਿਉਂਕਿ ਸਥਿਤੀਆਂ ਨੂੰ ਵਾਚਿਆ ਜਾ ਰਿਹਾ ਹੈ। ਭਾਵੇਂ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਬਾਹਰ ਤੋਂ ਆਉਣ ਵਾਲਿਆਂ ਲਈ ਸਾਨੂੰ ਇਕਾਂਤਵਾਸ ਦਾ ਪੂਰਾ ਇੰਤਜ਼ਾਮ ਵੀ ਕਰਨਾ ਪੈਣਾ ਹੈ। ਇਹ ਸੀ ਪੰਜਾਬ ਮੇਲ ਖਬਰਾਂ ਤੇ ਹੋਰ ਖਬਰਾਂ ਲਈ ਵੇਖਦੇ ਰਹੋ ਪੰਜਾਬ ਮੇਲ USA TV।